ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 7th ਦਾ ਪੰਜਾਬ ਅ ਗਲਿੰਪਸ ਦਾ ਗ੍ਰਾਮਰ ਪਾਰਟ। ਉਹਦੇ ਵਿੱਚ ਅਸੀਂ ਕਰਾਂਗੇ ਸਬਜੈਕਟ ਵਰਬ ਅਗਰੀਮੈਂਟ। ਸਬਜੈਕਟ ਕੀ ਹੁੰਦਾ, ਵਰਬ ਕੀ ਹੁੰਦਾ, ਤੇ ਦੋਨਾਂ ਦੇ ਵਿੱਚ ਅਗਰੀਮੈਂਟ ਕੀ ਹੋਇਆ, ਸਮਝੌਤਾ ਕੀ ਹੈ ਕਿ ਕਿਸ ਹਿਸਾਬ ਨਾਲ ਦੋਨੋਂ ਇੱਕ ਸੈਂਟੈਂਸ ਦੇ ਵਿੱਚ ਨਿਵਾਸ ਕਰਦੇ ਹਨ, ਰਹਿੰਦੇ ਹਨ। ਉਸ ਅਗਰੀਮੈਂਟ ਨੂੰ ਸਮਝਾਂਗੇ ਕਿ ਕੌਣ ਪਹਿਲੇ ਆਉਂਦਾ, ਕੌਣ ਬਾਅਦ ਚੋਂ ਆਉਂਦਾ, ਕਿਸ ਤਰ੍ਹਾਂ ਜੇ ਸਬਜੈਕਟ ਬਦਲ ਜਾਵੇ ਤਾਂ ਵਰਬ ਵੀ ਬਦਲ ਜਾਂਦਾ ਹੈ, ਕਿਸ ਤਰ੍ਹਾਂ ਇਹ ਇੱਕ ਵਾਕ ਬਣਾਉਣ ਲਈ, ਇੱਕ ਸੈਂਟੈਂਸ ਬਣਾਉਣ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਹਨ। ਉਸ ਅਗਰੀਮੈਂਟ ਨੂੰ ਅਸੀਂ ਅਗਲੀਆਂ ਐਗਜ਼ਾਮਪਲਸ ਦੇ ਵਿੱਚ ਸਮਝਾਂਗੇ। ਲੈਟਸ ਸਟਾਰਟ। ਸੋ ਫਸਟ ਕੀ ਹੈ, ਅ ਵਰਬ ਮਸਟ ਅਗਰੀ ਵਿਦ ਇਟਸ ਸਬਜੈਕਟ, number and person. That is, when the subject is singular, the verb must also be singular. When the subject is plural, the verb must be plural. ਸੋ ਇਨ ਥੀਜ਼ ਲਾਈਨਸ ਇਹ ਕਹਿਣ ਦਾ ਯਤਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਵਰਬ ਸਬਜੈਕਟ ਦੇ ਚੇਂਜ ਹੋਣ ਨਾਲ, ਨੰਬਰਸ ਦੇ ਚੇਂਜ ਹੋਣ ਨਾਲ ਤੇ ਪਰਸਨ ਦੇ ਚੇਂਜ ਹੋਣ ਦੇ ਨਾਲ ਇਹ ਬਦਲ ਜਾਂਦਾ ਹੈ। ਜੇ ਸਿੰਗੂਲਰ ਹੋਏ ਤਾਂ ਵਰਬ ਵੀ ਸਿੰਗੂਲਰ, ਤੇ ਜੇ ਸਾਡਾ ਸਬਜੈਕਟ ਪਲੂਰਲ ਹੋਏ ਤਾਂ ਵਰਬ ਵੀ ਪਲੂਰਲ ਹੋ ਜਾਂਦੇ ਹਨ। ਆਓ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਪਲਸ ਦੇ ਥਰੂ ਸਮਝੀਏ ਤਾਂ ਕਿ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਏ। ਸੋ ਫਸਟ ਹੈ ਹੀ ਪਲੇਜ਼ ਕ੍ਰਿਕਟ। ਹੁਣ ਹੀ ਕੀ ਹੈ, ਸਿੰਗੂਲਰ, ਤੇ ਤੀਸਰਾ ਬੰਦਾ ਮੈਂ ਵੀ ਨਹੀਂ, ਤੂੰ ਵੀ ਨਹੀਂ, ਉਹ। ਠੀਕ ਹੈ, ਤੀਸਰਾ ਬੰਦਾ ਜਦੋਂ ਹੋਵੇ ਉਦੋਂ ਅਸੀਂ ਕੀ ਚੇਂਜ ਕੀਤੀ ਵਰਬ ਦੇ ਨਾਲ। ਸੋ ਵਰਬ ਸੀ ਪਲੇ, ਖੇਡਣਾ, ਤੇ ਚੇਂਜ ਕੀ ਆ ਗਈ, ਉਹਦੇ ਨਾਲ ਐਸ ਲੱਗ ਗਿਆ ਜਦੋਂ ਸਬਜੈਕਟ ਚੇਂਜ ਹੋਇਆ। ਸਬਜੈਕਟ ਕੌਣ ਹੈ, ਹੀ, ਯਾਨੀ ਕੰਮ ਕਰਨ ਵਾਲਾ, ਉਹ ਖੇਡਦਾ ਹੈ ਕ੍ਰਿਕਟ। ਸੈਕਿੰਡ ਦੇ, ਹੁਣ ਸਬਜੈਕਟ ਕੌਣ ਹੋ ਗਏ, ਯਾਨੀ ਕੰਮ ਕਰਨ ਵਾਲੇ ਕੌਣ ਹੋ ਗਏ, ਜ਼ਿਆਦਾ ਜਣੇ। ਪਹਿਲਾਂ ਤਾਂ ਇਕੱਲਾ ਸੀ ਹੀ, ਹੁਣ ਸਬਜੈਕਟ ਅਸੀਂ ਚੇਂਜ ਕਰਤਾ, ਯਾਨੀ ਸਿੰਗੂਲਰ ਦੀ ਜਗ੍ਹਾ ਪਲੂਰਲ ਕਰਤਾ। ਠੀਕ ਹੈ, ਸੋ ਦੇ ਪਲੇ ਕ੍ਰਿਕਟ, ਹੁਣ ਜ਼ਿਆਦਾ ਜਣੇ ਹੋਏ ਤੇ ਵਰਬ ਵੀ ਚੇਂਜ ਹੋ ਗਿਆ। ਸੋ ਜਿੱਥੇ ਪਹਿਲਾਂ ਸਬਜੈਕਟ ਸਿੰਗੂਲਰ ਸੀ ਤੇ ਵਰਬ ਦੇ ਨਾਲ ਐਸ ਲੱਗ ਗਈ ਸੀ, ਉੱਥੇ ਚੇਂਜਿਸ ਕੀ ਆਈਆਂ ਕਿ ਸਬਜੈਕਟ ਪਲੂਰਲ ਹੋ ਗਿਆ ਤੇ ਵਰਬ ਦੇ ਨਾਲ ਐਸ ਰਿਮੂਵ ਹੋ ਗਿਆ। ਸੋ ਕੀ ਆਏਗਾ, ਦੇ ਪਲੇ ਕ੍ਰਿਕਟ। ਥਰਡ, I am sad। ਹੁਣ I ਆ ਗਿਆ ਤੇ I ਦੇ ਨਾਲ ਕੀ ਲੱਗ ਗਿਆ, am। ਠੀਕ, ਇਸੇ ਤਰ੍ਹਾਂ ਜਦੋਂ ਜ਼ਿਆਦਾ ਜਣੇ ਹੋਣਗੇ ਤੇ ਉਹਦੇ ਨਾਲ am ਲੱਗੇਗਾ, ਨਹੀਂ, ਉਹਦੇ ਨਾਲ ਕੀ ਲੱਗੇਗਾ, we are sad। ਸੋ I ਦੇ ਨਾਲ am। ਠੀਕ, ਸਬਜੈਕਟ ਚੇਂਜ, ਵਰਬ ਚੇਂਜ। ਸੋ ਇੱਥੇ am ਇੱਕ ਵਰਬ ਹੈ ਤੇ we ਸਬਜੈਕਟ ਚੇਂਜ ਹੋਇਆ, ਵਰਬ ਚੇਂਜ ਕਿਸ ਤਰ੍ਹਾਂ ਹੋ ਗਿਆ, ਆਰ ਲੱਗ ਗਿਆ। ਇਸੇ ਤਰ੍ਹਾਂ ਅ ਗਰਲ, ਇੱਕ ਲੜਕੀ। ਠੀਕ ਹੈ, ਥਰਡ ਪਰਸਨ, ਅ ਗਰਲ is running। so third person singular ਦੇ ਨਾਲ is ਲੱਗ ਗਿਆ। next, girls are running। ਇਹ ਵੀ third person ਹੈ, girls, ਹੈ ਨਾ। ਮੈਂ ਵੀ ਨਹੀਂ ਹਾਂ, ਤੁਸੀਂ ਵੀ ਨਹੀਂ ਹੋ, ਮੈਂ ਕੌਣ ਹਾਂ, first person, you second, ਉਹ। ਠੀਕ ਹੈ, ਕੋਈ ਵੀ, ਮੇਰੇ ਤੇ ਤੇਰੇ ਤੋਂ ਬਿਨਾ ਸਾਰੇ third person ਹੈ। ਹੁਣ girls are running, so girls ਇੱਥੇ ਜ਼ਿਆਦਾ ਹੋ ਗਈਆਂ, ਉਹਦੇ ਨਾਲ verb ਕੀ ਚੇਂਜ ਹੋਇਆ, are running। okay, a list of boys was prepared। ਹੁਣ ਇੱਕ ਲਿਸਟ ਪ੍ਰਪੇਅਰ ਕੀਤੀ ਗਈ ਹੈ। ਠੀਕ ਹੈ, ਸੋ ਲਿਸਟ ਕੀ ਹੈ, ਸਿੰਗੂਲਰ, ਪਰ ਇਹ ਕਦੋਂ ਪ੍ਰਪੇਅਰ ਕੀਤੀ ਗਈ ਸੀ, ਪਾਸਟ ਦੇ ਵਿੱਚ। ਸੋ ਇਹਦੇ ਨਾਲ ਕੀ ਲੱਗ ਗਿਆ, was। one of my friends, ਠੀਕ ਹੈ, ਕਿ ਜਿੰਨੇ ਮੇਰੇ ਦੋਸਤ ਹਨ ਉਹਨਾਂ ਵਿੱਚੋਂ ਇੱਕ। ਠੀਕ ਹੈ, ਇਹ ਵੀ ਕੀ ਹੈ, ਸਿੰਗੂਲਰ। has gone to the USA, ਕਿ ਉਹਨਾਂ ਵਿੱਚੋਂ ਇੱਕ USA ਚਲਾ ਗਿਆ ਹੈ। let us look at some more aspects of how the verb should agree with the subject in a sentence। ਆਓ ਹੁਣ ਅਸੀਂ ਕੁਝ ਹੋਰ ਪੱਖ ਦੇਖੀਏ ਕਿ ਕਿਸ ਤਰ੍ਹਾਂ ਇੱਕ verb ਇੱਕ ਸਬਜੈਕਟ ਦੇ ਨਾਲ ਸਮਾਯੋਜਨ ਕਰਕੇ ਉਸ ਸੈਂਟੈਂਸ ਵਿੱਚ ਨਿਵਾਸ ਕਰਦਾ ਹੈ। ਸੋ ਸੈਕਿੰਡ ਕੀ ਹੈ, if the subject consists of two or more singular nouns, ਕਿ ਜੇ ਇੱਕ ਸਬਜੈਕਟ ਯਾਨੀ ਕੰਮ ਕਰਨ ਵਾਲਾ ਕੋਈ ਵੀ, ਉਹਦੇ ਕੋਲ ਜੇ ਦੋ ਜਾਂ ਦੋ ਤੋਂ ਵੱਧ ਸਿੰਗੂਲਰ ਨਾਊਨਸ ਹੁੰਦੇ ਹਨ ਔਰ ਪ੍ਰੋਨਾਊਨਸ ਜਾਂ ਪ੍ਰੋਨਾਊਨਸ ਹੁੰਦੇ ਹਨ ਜੁਆਇਨਡ ਬਾਈ ਐਂਡ, ਤੇ ਉਸ ਸਬਜੈਕਟ ਵਿੱਚ ਦੋ ਨਾਊਨਸ ਤੇ ਦੋ ਪ੍ਰੋਨਾਊਨਸ ਨੂੰ ਜੋੜਦਾ ਕੌਣ ਹੋਵੇ, ਐਂਡ। ਠੀਕ ਹੈ, ਇਟ ਟੇਕਸ ਅ ਪਲੂਰਲ ਵਰਬ, ਤਾਂ ਇਹਦੇ ਨਾਲ ਪਲੂਰਲ ਵਰਬ ਲੱਗੇਗਾ, ਭਾਵ ਜਿੱਥੇ ਵੀ ਐਂਡ ਲੱਗ ਗਿਆ, ਯਾਨੀ ਮੈਂ ਐਂਡ ਤੂੰ। ਠੀਕ ਹੈ, ਹੀ ਐਂਡ ਯੂ। ਠੀਕ ਹੈ, ਸੋ ਇਸ ਸੈਂਟੈਂਸ ਨੂੰ ਅਸੀਂ ਪਲੂਰਲ ਦੇ ਤੌਰ ਤੇ ਕਾਊਂਟ ਕਰਾਂਗੇ ਕਿ ਇਹਦੇ ਵਿੱਚ ਸਬਜੈਕਟਸ ਦੋ ਹੋ ਗਏ। ਠੀਕ ਹੈ, ਸੋ ਇਹ ਪਲੂਰਲ ਹੋ ਗਿਆ। ਸੋ ਇਹਦੇ ਨਾਲ ਵਰਬ ਵੀ ਪਲੂਰਲ ਦੀ ਤਰ੍ਹਾਂ ਲੱਗੇਗਾ। ਆਓ ਆਪਾਂ ਐਗਜ਼ਾਮਪਲਸ ਦੇਖਦੇ ਹਾਂ। ਇਹ ਹੈ, ਜੋਲੀ ਐਂਡ ਜੌਨ ਵਰ ਟੂ ਬ੍ਰਦਰਸ, ਕਿ ਜੋਲੀ ਅਤੇ ਜੌਨ ਦੋ ਬ੍ਰਦਰ ਸਨ। ਠੀਕ ਹੈ, ਸੋ ਇਹ ਐਂਡ ਦੇ ਨਾਲ ਦੋਨੋਂ ਜੁੜੇ ਹੋਏ ਹਨ, ਦੋਨੋਂ ਨਾਉਨ ਜੋਲੀ ਐਂਡ ਜੌਨ, ਤੇ ਪਾਸਟ ਹੈ ਇਸ ਕਰਕੇ ਵਰ ਲੱਗ ਗਿਆ। ਜੇ ਇਕੱਲਾ ਬੰਦਾ ਹੁੰਦਾ ਫਿਰ ਵਾਜ਼ ਲੱਗ ਜਾਣਾ ਸੀ, ਜੋਲੀ ਵਾਜ਼। ਹੁਣ ਜੋਲੀ ਐਂਡ ਜੌਨ ਵਰ
two brothers. Second, the poet and the dramatist. ਹੁਣ ਇੱਕ poet ਹੈ ਤੇ ਇੱਕ dramatist ਹੈ, ਯਾਨੀ ਕਵੀ ਅਤੇ ਨਾਟਕਕਾਰ are being honored. ਠੀਕ ਹੈ, two separate persons ਹੈ ਨਾ, ਦੋ ਅਲੱਗ-ਅਲੱਗ ਵਿਅਕਤੀ, ਸੋ ਇਸ ਕਰਕੇ ਪਲੂਰਲ ਹੈ, ਇਸ ਕਰਕੇ ਆ ਲੱਗ ਗਿਆ ਕਿ ਉਹ ਦੋਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਕੋਲਕਾਤਾ, ਮੁੰਬਈ, ਚੇਨਈ ਐਂਡ ਦਿੱਲੀ, ਚਾਰ ਸ਼ਹਿਰ ਪਲੂਰਲ ਹੋ ਗਏ, are the most important cities of India, ਕਿ ਇੰਡੀਆ ਦੇ ਸਭ ਤੋਂ ਮਹੱਤਵਪੂਰਨ ਸ਼ਹਿਰ ਹਨ। D, he and I, ਉਹ ਅਤੇ ਮੈਂ were present, ਅਸੀਂ ਹਾਜ਼ਰ ਸੀ। ਹੁਣ ਇਹਦੇ ਵਿੱਚ ਵੀ ਕੁਝ ਐਕਸੈਪਸ਼ਨਸ ਵੀ ਨੇ। ਐਕਸੈਪਸ਼ਨਸ ਹੁੰਦੀਆਂ ਨੇ ਖਾਸ ਚੀਜ਼ਾਂ, ਸੋ ਉਹ ਖਾਸ ਗੱਲਾਂ ਜਿਹਦੇ 'ਚ ਆਪਾਂ ਕਨਫਿਊਜ਼ ਹੋ ਜਾਂਦੇ ਆ, ਠੀਕ ਹੈ, ਉਹ ਆਪਾਂ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਹਨ। ਸੋ ਫਸਟ ਹੈ ਦ ਪੋਇਟ ਐਂਡ ਡਰਾਮੈਟਿਸਟ ਇਜ਼ ਬੀਇੰਗ ਆਨਰਡ। ਹੁਣ ਇੱਥੇ ਇਜ਼ ਲੱਗ ਗਿਆ, ਉੱਪਰ ਆਪਾਂ ਆ ਲਗਾਇਆ ਸੀ, ਠੀਕ ਹੈ, ਸੋ ਇੱਥੇ ਕੀ ਕੀਤਾ ਗਿਆ, ਸੇਮ ਪਰਸਨ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਪੋਇਟ ਵੀ ਹੈ ਤੇ ਡਰਾਮੈਟਿਸਟ ਵੀ ਹੈ, ਇਜ਼ ਬੀਇੰਗ ਆਨਰਡ। ਠੀਕ ਹੈ, ਮੰਨ ਲਓ ਮੈਂ ਟੀਚਰ ਵੀ ਹਾਂ ਤੇ ਮੈਂ ਇੱਕ ਮਿਊਜ਼ੀਸ਼ੀਅਨ ਵੀ ਹਾਂ, ਫਿਰ ਸਟੇਜ ਤੇ ਅਨਾਉਂਸ ਕੀ ਹੋਗਾ, ਦ ਟੀਚਰ ਐਂਡ ਮਿਊਜ਼ੀਸ਼ੀਅਨ ਇਜ਼ ਬੀਇੰਗ ਆਨਰਡ। ਸੋ ਇੱਥੇ ਵੀ ਉਹੀ ਗੱਲ ਹੈ। ਸੈਕਿੰਡ, ਮਾਈ ਫਰੈਂਡ ਫਿਲੋਸੋਫਰ ਐਂਡ ਗਾਈਡ। ਠੀਕ ਹੈ, ਹੁਣ ਇੱਥੇ ਇੱਕੋ ਫਰੈਂਡ ਬਾਰੇ ਗੱਲ ਕੀਤੀ ਹੈ ਕਿ ਮੇਰਾ ਫਰੈਂਡ ਜੋ ਕਿ ਇੱਕ ਦਾਰਸ਼ਨਿਕ ਹੈ, ਫਿਲੋਸੋਫਰ ਹੈ ਤੇ ਗਾਈਡ ਵੀ ਹੈ, ਯਾਨੀ ਰਾਹ ਦਿਖਾਉਣ ਵਾਲਾ ਵੀ ਹੈ, ਕਿਸੇ ਨੂੰ ਗਾਈਡ ਕਰਨ ਵਾਲਾ ਵੀ ਹੈ। ਵਾਜ਼ ਇਨਵਾਈਟਡ ਟੂ ਪ੍ਰੈਜ਼ਾਈਡ ਓਵਰ ਦ ਫੰਕਸ਼ਨ, ਕਿ ਉਸ ਨੂੰ ਇਸ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ। ਠੀਕ ਹੈ, ਸੋ ਇੱਕੋ ਹੀ ਪਰਸਨ ਹੈ ਤੇ ਉਹਦੇ ਦੋ ਅਲੱਗ-ਅਲੱਗ ਗੁਣ ਦੱਸੇ ਕਿ ਉਹ ਫਿਲੋਸੋਫਰ ਵੀ ਹੈ ਤੇ ਉਹ ਗਾਈਡ ਵੀ ਹੈ। ਸੋ ਜੇ ਇੱਥੇ ਵਰ ਲੱਗਿਆ ਹੁੰਦਾ ਤੇ ਫਿਰ ਇੱਕ ਗੱਲ ਕਲੀਅਰ ਸੀ ਕਿ ਮੇਰਾ ਫਰੈਂਡ ਅਲੱਗ ਹੈ, ਫਿਲੋਸੋਫਰ ਅਲੱਗ ਹੈ ਤੇ ਗਾਈਡ ਅਲੱਗ ਹੈ। ਇਹ ਤਿੰਨ ਅਲੱਗ-ਅਲੱਗ ਪਰਸਨਸ ਹਨ ਜਿਨ੍ਹਾਂ ਨੂੰ ਇਸ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ ਹੈ। ਸੋ ਤੇ ਵਾਸ ਲੱਗਿਆ ਦਾ ਮਤਲਬ ਇੱਕੋ ਹੀ ਪਰਸਨ ਦੀ ਗੱਲ ਹੋ ਰਹੀ ਹੈ। ਥਰਡ, ਰਾਈਸ ਐਂਡ ਕਰੀ ਇਜ਼ ਹਿਜ਼ ਫੇਵਰੇਟ ਡਿਸ਼। ਸੋ ਇੱਥੇ ਇੱਕ ਡਿਸ਼ ਨੂੰ ਨਾਮ ਦਿੱਤਾ ਕੜੀ ਚਾਵਲ, ਕਿ ਕੜੀ ਚਾਵਲ ਮੇਰੀ ਫੇਵਰੇਟ ਡਿਸ਼ ਹੈ। ਫੋਰਥ, ਸਲੋ ਐਂਡ ਸਟੈਡੀ ਵਿਨਸ ਦ ਰੇਸ। ਸੋ ਇੱਥੇ ਵੀ ਇੱਕੋ ਹੀ ਪਰਸਨ ਦੀ ਗੱਲ ਕੀਤੀ ਗਈ ਹੈ ਕਿ ਉਹ ਪਰਸਨ ਜੋ ਸਲੋਲੀ ਤੇ ਸਟੈਡੀਲੀ, ਯਾਨੀ ਹੌਲੀ-ਹੌਲੀ ਤੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ, ਉਹ ਰੇਸ ਜਿੱਤ ਜਾਂਦਾ ਹੈ, ਭਾਵ ਉਹ ਕਾਮਯਾਬ ਹੋ ਜਾਂਦਾ ਹੈ। ਫਿਫਥ, ਬ੍ਰੈਡ ਐਂਡ ਬਟਰ ਇਜ਼ ਅ ਹੋਲਸਮ ਫੂਡ। ਸੋ ਇੱਥੇ ਵੀ ਇੱਕ ਡਿਸ਼ ਦੀ ਗੱਲ ਕੀਤੀ ਗਈ ਹੈ ਕਿ ਬ੍ਰੈਡ ਤੇ ਬਟਰ ਇੱਕ ਪੋਸ਼ਕ ਭੋਜਨ ਹੈ। ਨੈਕਸਟ, ਇਫ ਟੂ ਸਿੰਗੂਲਰ ਸਬਜੈਕਟਸ ਜੁਆਇਨਡ ਬਾਈ ਐਂਡ ਆਰ ਕੁਆਲੀਫਾਈਡ ਬਾਈ ਈਚ ਔਰ ਐਵਰੀ ਦੇ ਟੇਕ ਅ ਸਿੰਗੂਲਰ ਵਰਬ। ਕਹਿੰਦੇ ਜਿਹੜੇ ਸੈਂਟੈਂਸ ਵਿੱਚ ਕੰਮ ਕਰਨ ਵਾਲੇ ਹੋਣ ਦੋ ਬੰਦੇ, ਚਾਹੇ ਕੋਈ ਵੀ ਹੋਣ, ਭਾਵ ਸਬਜੈਕਟਸ ਦੋ ਹੋਣ, ਤੇ ਉਹਨਾਂ ਦੋਵੇਂ ਸਬਜੈਕਟਸ ਦੇ ਨਾਲ ਜਾਂ ਤਾਂ ਈਚ ਲੱਗਿਆ ਹੋਵੇ ਜਾਂ ਐਵਰੀ ਲੱਗਿਆ ਹੋਵੇ, ਤਾਂ ਉਸ ਸੈਂਟੈਂਸ ਨੂੰ ਅਸੀਂ ਐਂਡ ਵਾਂਗ ਟਰੀਟ ਨਹੀਂ ਕਰਾਂਗੇ, ਭਾਵ ਉਹਨਾਂ ਨੂੰ ਪਲੂਰਲ ਨਹੀਂ ਕਾਊਂਟ ਕਰਾਂਗੇ। ਸੋ ਉਹਨਾਂ ਨੂੰ ਅਸੀਂ ਸਿੰਗੂਲਰ ਕਾਊਂਟ ਕਰਾਂਗੇ। ਕਿਸ ਤਰ੍ਹਾਂ, ਐਵਰੀ ਮੈਨ, ਹਰ ਇੱਕ ਆਦਮੀ, ਐਂਡ ਐਵਰੀ ਵੂਮਨ, ਹਰ ਇੱਕ ਔਰਤ, ਡਿਜ਼ਾਇਰਸ ਹੈਪੀਨੈਸ, ਖੁਸ਼ੀ ਚਾਹੁੰਦੀ ਹੈ, ਕਿ ਹਰ ਇੱਕ ਬੰਦਾ ਤੇ ਹਰ ਇੱਕ ਤੀਵੀਂ ਖੁਸ਼ੀ ਚਾਹੁੰਦੀ ਹੈ। ਠੀਕ। ਸੈਕਿੰਡ, ਈਚ ਆਵਰ ਐਂਡ ਈਚ ਮਿਨਟ ਇਜ਼ ਇੰਪੋਰਟੈਂਟ। ਹਰ ਇੱਕ ਘੰਟਾ ਤੇ ਹਰ ਇੱਕ ਮਿੰਟ ਮਹੱਤਵਪੂਰਨ ਹੈ। ਸੋ ਉੱਪਰਲੇ ਸੈਂਟੈਂਸ ਵਿੱਚ ਐਵਰੀ ਲੱਗਿਆ, ਨੀਚੇ ਦੋਨਾਂ ਦੇ ਨਾਲ ਈਚ ਲੱਗਿਆ, ਪਰ ਇਸ ਨੂੰ ਅਸੀਂ ਸਿੰਗੂਲਰ ਕਾਊਂਟ ਕੀਤਾ, ਇਸ ਕਰਕੇ ਨੀਚੇ ਇਜ਼ ਲਗਾਇਆ ਤੇ ਉੱਪਰ ਵਰਬ ਦੇ ਨਾਲ ਐਸ ਲਗਾ ਦਿੱਤਾ, ਡਿਜ਼ਾਇਰ ਦੇ ਨਾਲ ਐਸ ਲਗਾਤਾ। ਕਿਸੇ ਵਰਬ ਦੇ ਨਾਲ ਐਸ ਜਾਂ ਈਐਸ ਉਦੋਂ ਲੱਗਦਾ ਹੈ ਜਦੋਂ ਅਸੀਂ ਥਰਡ ਪਰਸਨ ਦੀ ਗੱਲ ਕਰਦੇ ਹਾਂ ਤੇ ਨਾਲ ਸਿੰਗੂਲਰ ਦੀ ਗੱਲ ਕਰਦੇ ਹਾਂ। ਠੀਕ। ਸੋ ਇੱਥੇ ਆਪਾਂ ਐਵਰੀ ਮੈਨ ਐਂਡ ਐਵਰੀ ਵੂਮਨ ਇਹਨੂੰ ਸਿੰਗੂਲਰ ਟਰੀਟ ਕਰਾਂਗੇ, ਈਚ ਆਵਰ ਐਂਡ ਈਚ ਮਿੰਟ ਇਹਨੂੰ ਵੀ ਅਸੀਂ ਸਿੰਗੂਲਰ ਟਰੀਟ ਕਰਾਂਗੇ। ਥਰਡ, ਸਿੰਗੂਲਰ ਸਬਜੈਕਟਸ ਕਨੈਕਟਡ ਬਾਈ ਔਰ, ਆਈਦਰ or and neither nor are followed by a singular verb. For example, so ਇਹਦੀ pronunciation ਜੇ ਅਮਰੀਕਨ ਕਰੀਏ ਤੇ ਆਪਾਂ ਕਹਾਂਗੇ either or, neither nor, ਤੇ ਜੇ ਬ੍ਰਿਟਿਸ਼ ਕਰੀਏ ਤੇ ਆਪਾਂ ਕਹਾਂਗੇ either or, neither nor. ਸੋ ਜਦੋਂ ਤੁਸੀਂ IELTS ਦੀ ਤਿਆਰੀ ਕਰੋਗੇ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ either ਬੋਲਿਆ ਜਾਵੇ, ਕਿਉਂਕਿ ਉਹ ਬ੍ਰਿਟਿਸ਼ ਐਕਸੈਂਟ ਫੋਲੋ ਕਰਦੇ ਹਨ ਜੋ IELTS ਦੇ ਪੇਪਰ ਲੈਂਦੇ ਹਨ। ਸੋ ਇਹਦੇ ਵਿੱਚ ਵੀ ਉਹੀ ਗੱਲ ਕੀਤੀ ਗਈ ਹੈ ਕਿ ਜਿਹੜੇ ਸੈਂਟੈਂਸਿਸ ਦੇ ਵਿੱਚ ਦੋ ਸਬਜੈਕਟਸ ਦੇ ਵਿਚਕਾਰ ਜਦੋਂ ਔਰ ਲੱਗਿਆ ਹੋਵੇ ਜਾਂ either or ਲੱਗਿਆ ਹੋਵੇ ਜਾਂ neither nor ਲੱਗਿਆ ਹੋਵੇ, ਤਾਂ ਉਸ ਸੈਂਟੈਂਸ ਵਿੱਚ ਵੀ ਅਸੀਂ ਦੋਨੋਂ ਸਬਜੈਕਟਸ ਨੂੰ ਇੱਕ ਕਰਕੇ ਮੰਨਣਾ ਹੈ, ਭਾਵੇਂ ਇਹਨਾਂ ਨੂੰ ਸਿੰਗੂਲਰ ਸਮਝਣਾ ਹੈ ਤੇ ਵਰਬ ਵੀ ਸਿੰਗੂਲਰ ਹੀ ਲਗਾਉਣਾ ਹੈ। ਜਿਸ ਤਰ੍ਹਾਂ no prize or trophy was given to him, ਕਿ ਉਸ ਨੂੰ ਕੋਈ ਵੀ ਪ੍ਰਾਈਜ਼ ਜਾਂ ਟਰੋਫੀ ਨਹੀਂ ਦਿੱਤੀ ਗਈ ਸੀ। either Minesh or Prague has won the prize, ਜਾਂ ਤਾਂ ਮਿਨੇਸ਼ ਜਾਂ ਪ੍ਰਾਗ
ਇਨਾਮ ਜਿੱਤੇ ਹਨ। Neither ਸੰਜੀਵ nor Amit has gone to school today. ਨਾ ਹੀ ਸੰਜੀਵ ਅਤੇ ਨਾ ਹੀ ਅਮਿਤ ਸਕੂਲ ਗਏ ਹਨ। ਸੋ ਜੇ ਇਹ ਪਲੂਰਲ ਹੁੰਦਾ ਤੇ has ਦੀ ਜਗ੍ਹਾ have ਲੱਗ ਜਾਣਾ ਸੀ ਤੇ was ਦੀ ਜਗ੍ਹਾ were ਲੱਗ ਜਾਣਾ ਸੀ। Okay, next. When the subjects connected by or nor are of different numbers, the plural subject should be written in the last and it is followed by a plural verb. For example, ਸੋ ਇਹਨਾਂ ਲਾਈਨਾਂ ਵਿੱਚ ਕਿਹਾ ਗਿਆ ਕਿ ਮੰਨ ਲਓ ਕਿਸੇ ਸੈਂਟੈਂਸ ਵਿੱਚ ਜਾਂ ਤਾਂ ਔਰ ਲੱਗਿਆ ਹੋਵੇ ਜਾਂ ਨੋਰ ਦੀ ਵਰਤੋਂ ਕੀਤੀ ਗਈ ਹੋਵੇ ਅਤੇ ਉਸ ਵਿੱਚ ਦੋ ਸਬਜੈਕਟਸ ਹੋਣ, ਇੱਕ ਸਿੰਗੂਲਰ ਹੋਵੇ ਇੱਕ ਪਲੂਰਲ, ਭਾਵ ਇੱਕ ਇਕੱਲਾ ਵਿਅਕਤੀ ਹੋਵੇ ਦੂਜੇ ਪਾਸੇ ਜ਼ਿਆਦਾ ਜਣੇ ਹੋਣ। ਠੀਕ, ਤਾਂ ਅਸੀਂ ਉਸ ਕੇਸ ਦੇ ਵਿੱਚ ਸੈਂਟੈਂਸ ਲਿਖਣ ਵੇਲੇ ਸਭ ਤੋਂ ਪਹਿਲਾਂ ਸਿੰਗੂਲਰ ਵਿਅਕਤੀ ਲਿਖਾਂਗੇ ਤੇ ਸੈਕਿੰਡ ਟਾਈਮ ਪਲੂਰਲ ਵਿਅਕਤੀ ਲਿਖਾਂਗੇ ਤੇ ਉਹਦੇ ਨਾਲ ਵਰਬ ਜੋ ਹੈ ਉਹ ਪਲੂਰਲ ਦੇ ਹਿਸਾਬ ਦੇ ਨਾਲ ਲਗਾਵਾਂਗੇ। ਐਗਜ਼ਾਮਪਲਸ ਦੇਖਦੇ ਹਾਂ, ਸਾਨੂੰ ਹੋਰ ਜ਼ਿਆਦਾ ਕਲੀਅਰ ਹੋਏਗਾ। ਸੋ ਫਸਟ ਕੀ ਹੈ, ਆਈਦਰ ਰਘੂ ਔਰ ਹਿਜ਼ ਪੇਰੈਂਟਸ। ਹੁਣ ਰਘੂ ਕੱਲਾ ਤੇ ਪੇਰੈਂਟਸ ਪਲੂਰਲ ਹੋ ਗਏ, ਸੋ ਅਸੀਂ ਪੇਰੈਂਟਸ ਬਾਅਦ ਚੋਂ ਲਗਾਇਆ। ਸੋ ਆਈਦਰ ਰਘੂ ਜਾਂ ਤਾਂ ਰਘੂ ਔਰ ਹਿਜ਼ ਪੇਰੈਂਟਸ ਜਾਂ ਉਸ ਦੇ ਮਾਤਾ ਪਿਤਾ ਆਰ ਟੂ ਬਲੇਮ, ਕਿ ਜਾਂ ਤਾਂ ਰਘੂ ਜਾਂ ਉਸ ਦੇ ਪੇਰੈਂਟਸ ਇਸ ਸਭ ਲਈ ਜ਼ਿੰਮੇਵਾਰ ਹਨ। ਸੈਕਿੰਡ, ਨਾਈਦਰ ਪਾਰੁਲ ਨੋਰ ਹਰ ਫਰੈਂਡਸ। ਨਾ ਹੀ ਪਾਰੁਲ ਅਤੇ ਨਾ ਹੀ ਉਸ ਦੀਆਂ ਸਹੇਲੀਆਂ ਹੈਵ ਜੁਆਇਨਡ ਦ ਕਾਲਜ। ਹੁਣ ਫਰੈਂਡਸ ਜ਼ਿਆਦਾ ਸੀ ਇਸ ਕਰਕੇ ਹੈਵ ਲੱਗ ਗਿਆ। ਸੋ ਨਾ ਤਾਂ ਪਾਰੁਲ ਤੇ ਨਾ ਹੀ ਉਸ ਦੀਆਂ ਫਰੈਂਡਸ ਨੇ ਕਾਲਜ ਜੁਆਇਨ ਕੀਤਾ। C. Neither the headmaster nor the teachers were present there. ਨਾ ਤਾਂ ਹੈਡਮਾਸਟਰ ਅਤੇ ਨਾ ਹੀ ਅਧਿਆਪਕ ਉੱਥੇ ਹਾਜ਼ਰ ਸਨ। Next, when the subjects connected by nor or are of different persons, the verb agrees in person with the subject nearest to it. For example, ਸੋ ਇਹਨਾਂ ਲਾਈਨਾਂ ਵਿੱਚ ਕਿਹਾ ਗਿਆ ਕਿ ਮੰਨ ਲਓ ਇੱਕ ਸੈਂਟੈਂਸ ਵਿੱਚ ਦੋ ਸਬਜੈਕਟਸ ਹਨ ਤੇ ਜਦੋਂ ਅਸੀਂ ਵਰਬ ਲਗਾਉਣਾ ਹੈ ਤਾਂ ਦੂਸਰੇ ਸਬਜੈਕਟ ਦੇ ਅਕੋਰਡਿੰਗ ਲਗਾਉਣਾ ਹੈ। ਆਓ ਐਗਜ਼ਾਮਪਲਸ ਦੇਖਦੇ ਹਾਂ। Neither you nor Rosie is responsible for our defeat. ਕਿ ਨਾ ਹੀ ਤੂੰ ਤੇ ਨਾ ਹੀ ਰੋਜ਼ੀ ਸਾਡੀ ਹਾਰ ਲਈ ਜ਼ਿੰਮੇਵਾਰ ਹਨ। ਹੁਣ ਦੇਖੋ ਪਹਿਲਾ ਸਬਜੈਕਟ ਕੀ ਸੀ, ਯੂ ਦੇ ਨਾਲ ਤਾਂ ਆਰ ਲੱਗਣਾ ਚਾਹੀਦਾ, ਪਰ ਇਜ਼ ਕਿਉਂ ਲੱਗਿਆ? ਕਿਉਂਕਿ ਸੈਕਿੰਡ ਸਬਜੈਕਟ ਜਿਹੜਾ ਸੀ, ਨੀਅਰੈਸਟ ਸਬਜੈਕਟ ਜਿਹੜਾ ਸੀ ਜਿਹਦੇ ਨਾਲ ਵਰਬ ਲੱਗਣਾ ਸੀ ਉਹ ਕੀ ਸੀ? ਰੋਜ਼ੀ। ਸੋ ਰੋਜ਼ੀ ਦੇ ਨਾਲ ਇਸ ਲੱਗ ਗਿਆ। ਜੇ ਹੁੰਦਾ ਨਾਈਦਰ ਰੋਜ਼ੀ ਨੋਰ ਯੂ, ਫਿਰ ਆਣਾ ਸੀ ਆਰ ਰਿਸਪੌਂਸਿਬਲ ਫॉर ਆਰ ਡਿਫੀਟ, ਕਿਉਂਕਿ ਹੁਣ ਯੂ ਬਾਅਦ ਚੋਂ ਲੱਗਿਆ ਇਸ ਕਰਕੇ ਯੂ ਦੇ ਨਾਲ ਵਰਬ ਆਰ ਆਏਗਾ। Second, neither you nor Rahul seems to be interested in this plan. Seems ਹੁੰਦਾ ਪ੍ਰਤੀਤ ਹੁੰਦਾ ਹੈ ਕਿ ਨਾ ਤਾਂ ਤੂੰ ਤੇ ਨਾ ਹੀ ਰਾਹੁਲ, ਵੀ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇਸ ਪਲਾਨ ਵਿੱਚ ਇੰਟਰਸਟਿਡ ਨਹੀਂ ਹੋ। C. Neither ਨੀਲੂ nor I. ਠੀਕ ਹੈ, ਹੁਣ ਇੱਥੇ I ਆ ਗਿਆ, ਸੋ I ਦੇ ਨਾਲ has ਨਹੀਂ ਲੱਗਦਾ। ਠੀਕ ਹੈ, ਸੋ I ਦੇ ਨਾਲ ਕੀ ਲੱਗਦਾ? have. So neither ਨੀਲੂ nor I have any money to buy a house. ਕਿ ਨਾ ਹੀ ਨੀਲੂ ਕੋਲ ਤੇ ਨਾ ਹੀ ਮੇਰੇ ਕੋਲ ਇੰਨੇ ਪੈਸੇ ਹਨ ਕਿ ਅਸੀਂ ਇਹ ਮਕਾਨ ਖਰੀਦ ਸਕੀਏ। Next, when the subject consists of two nouns or pronouns joined by with or as well as, the verb agrees with the first of them. For example, ਕਹਿੰਦੇ ਜਦੋਂ ਕਿਸੇ ਸੈਂਟੈਂਸ ਦੇ ਵਿੱਚ ਦੋ ਸਬਜੈਕਟਸ ਹੋਣ ਤੇ ਕਿਹਦੇ ਨਾਲ ਜੁੜੇ ਹੋਣ? ਵਿਦ ਦੇ ਨਾਲ, ਜਾਂ ਕਿਹਦੇ ਨਾਲ ਜੁੜੇ ਹੋਣ? ਐਸ ਵੈਲ ਐਸ ਦੇ ਨਾਲ, ਤਾਂ ਵਰਬ ਕਿਹਦੇ ਨਾਲ ਅਗਰੀ ਕਰਦਾ ਹੈ? ਵਰਬ ਕਿਹਦੇ ਨਾਲ ਸਮਝੌਤਾ ਕਰ ਲੈਂਦਾ ਕਿ ਹਾਂ ਕਿ ਜੋ ਤੂੰ ਹੈ ਮੈਂ ਉਸ ਹਿਸਾਬ ਦੇ ਨਾਲ ਲੱਗਾਂਗਾ। ਠੀਕ ਹੈ, ਸੋ ਉਹ ਕਰਦਾ ਹੈ ਇੱਥੇ ਪਹਿਲੇ ਸਬਜੈਕਟ ਦੇ ਹਿਸਾਬ ਦੇ ਨਾਲ। ਆਪਾਂ ਦੇਖਦੇ ਹਾਂ all the students। ਹੁਣ ਸਟੂਡੈਂਟਸ ਕੀ ਨੇ ਇੱਥੇ? ਜ਼ਿਆਦਾ ਜਣੇ। with their teacher, ਆਪਣੇ ਟੀਚਰ ਦੇ ਨਾਲ। were present at the show, verb ਨੇ agreement ਕਿਹਦੇ ਨਾਲ ਕਰ ਲਿਆ? ਸਮਝੌਤਾ ਕਿਹਦੇ ਨਾਲ ਕਰ ਲਿਆ? all the students ਨਾਲ, ਜੋ ਪਹਿਲਾਂ ਲੱਗੇ ਹੋਏ ਸੀ। ਕਿਉਂ? ਕਿਉਂਕਿ with ਨਾਲ ਲੱਗ ਗਿਆ ਸੀ। ਹੁਣ ਫਿਰ ਅੱਗੋਂ ਦੇਖਦੇ ਹਾਂ with ਨਾਲ ਲੱਗ ਕੇ verb ਕਿਸ ਤਰ੍ਹਾਂ agreement ਕਰਦਾ? he with all his friends। ਹੁਣ he ਇਕੱਲਾ with all his friends। ਠੀਕ ਹੈ, ਹੁਣ ਗੱਲ ਹੋ ਰਹੀ ਹੈ he ਦੀ, with ਨਾਲ ਲੱਗ ਗਿਆ, ਸੋ he ਦੇ ਨਾਲ ਸਮਝੌਤਾ verb ਨੇ ਕਰ ਲਿਆ ਕਿ ਮੈਂ ਤਾਂ ਭਾਈ ਤੇਰੇ ਨਾਲ ਲੱਗਾ ਕਿਉਂਕਿ ਤੂੰ ਪਹਿਲਾਂ ਵਾ। ਸੋ he with all his friends was ready to do or die, ਕਿ ਉਹ ਆਪਣੇ ਮਿੱਤਰਾਂ ਸਮੇਤ ਰੈਡੀ ਹੋ ਗਿਆ ਕਰਨ ਜਾਂ ਮਰਨ ਲਈ। C. they, ਹੁਣ ਇੱਥੇ ਜ਼ਿਆਦਾ ਜਣੇ ਆ ਇਸ ਕਰਕੇ verb ਜ਼ਿਆਦਾ ਜਣਿਆਂ ਦੇ ਹਿਸਾਬ ਨਾਲ ਲੱਗੇਗਾ। ਦੇ ਨਾਲ ਇਸ ਤਾਂ ਲੱਗਦਾ ਨਹੀਂ, ਸੋ ਆਰ ਲੱਗੇਗਾ। they as well as I, ਉਹ ਅਤੇ, ਹੁਣ as well as ਦਾ ਮਤਲਬ ਵੀ ਕੀ ਹੁੰਦਾ? ਅਤੇ। they as well as I are sick of his behavior, ਕਿ ਉਹ ਅਤੇ ਮੈਂ ਅਸੀਂ ਉਸ ਦੇ ਸੁਭਾਅ ਤੋਂ ਤੰਗ ਹਾਂ।
D. Good leaders as well as a responsible public are essential for the success of democracy. कि चंगे नेता होने ज़्यादा जने हो गए, इस करके इज नहीं लगेगा, आर लगेगा। चंगे नेता ਅਤੇ ਜ਼ਿੰਮੇਵਾਰ ਜਨਤਾ ਲੋਕਤੰਤਰ ਦੀ ਕਾਮਯਾਬੀ ਲਈ ਜ਼ਰੂਰੀ ਹਨ। 7th, when two subjects are connected by not only but also the verb agrees with the second subject। ਹੁਣ ਜਿਹੜੇ ਸੈਂਟੈਂਸ ਦੇ ਵਿੱਚ ਦੋ ਸਬਜੈਕਟਸ ਲੱਗੇ ਹੋਣ ਤੇ ਦੋਨੋਂ ਜੁੜੇ ਕਿਹਦੇ ਨਾਲ ਹੋਣ, not only ਤੇ but also ਦੇ ਨਾਲ। ਜਦੋਂ not only ਤੇ but also ਲੱਗਿਆ ਹੋਵੇ ਤਾਂ ਵਰਬ ਕਿਹਦੇ ਨਾਲ ਸਮਝੌਤਾ ਕਰ ਲੈਂਦਾ, ਸੈਕਿੰਡ ਸਬਜੈਕਟ ਦੇ ਨਾਲ, ਕਿ ਭਾਈ ਜੋ ਸਬਜੈਕਟ ਬਾਅਦ ਚੋਂ ਆਇਆ ਮੈਂ ਤਾਂ ਉਹਦੇ ਹਿਸਾਬ ਨਾਲ ਚੇਂਜ ਹੋਵਾਂਗਾ। ਸੋ ਕਿ not only the master but his servants, ਕਿ ਨਾ ਹੀ ਸਿਰਫ ਮਾਸਟਰ ਪਰ ਉਹਦੇ ਨੌਕਰ ਵੀ have also been badly wounded, ਕਿ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਾਂ ਉਹਨਾਂ ਨੂੰ ਕਰ ਦਿੱਤਾ ਗਿਆ। not only the soldiers, ਨਾ ਹੀ ਇਕੱਲੇ ਸੈਨਿਕ but the captain, ਪਰ ਉਹਨਾਂ ਦਾ ਕੈਪਟਨ ਵੀ has also been arrested, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਠੀਕ ਹੈ, ਸੋ ਪਹਿਲਾਂ ਪਲੂਰਲ ਸੋਲਜਰਸ, ਪਰ ਵਰਬ ਨੇ ਸੋਲਜਰਸ ਦੇ ਨਾਲ ਨਹੀਂ ਸਮਝੌਤਾ ਕੀਤਾ, ਯਾਨੀ ਫਸਟ ਸਬਜੈਕਟ ਦੇ ਨਾਲ ਸਮਝੌਤਾ ਨਹੀਂ ਕੀਤਾ, ਉਹਨੇ ਸੈਕਿੰਡ ਸਬਜੈਕਟ ਦੇ ਨਾਲ ਕੀਤਾ, ਕੈਪਟਨ ਦੇ ਨਾਲ। ਕੈਪਟਨ ਦੇ ਹਿਸਾਬ ਨਾਲ ਉਸਨੇ ਹੈਵ ਨਹੀਂ ਲਗਾਇਆ, ਹੈਜ਼ ਲਗਾਤਾ। ਇਸੇ ਤਰ੍ਹਾਂ ਫਸਟ ਵਿੱਚ ਦੇਖੀਏ ਸਰਵੈਂਟਸ ਜ਼ਿਆਦਾ ਸੀ, ਸੈਕਿੰਡ ਹੈ ਨਾ, ਤੇ ਉਸਨੇ ਸਰਵੈਂਟਸ ਦੇ ਹਿਸਾਬ ਨਾਲ ਹੈਵ ਲਗਾ ਦਿੱਤਾ। Next है 8th, when the subject is the formal, there the verb agrees with the real subject that follows it. For example, ਕਹਿੰਦੇ ਜਦੋਂ ਸਬਜੈਕਟ ਇੱਕ ਫਾਰਮੈਲਿਟੀ ਦੇ ਤੌਰ ਤੇ ਹੋਵੇ, ਉਹਦੀ ਜਗ੍ਹਾ there ਲੱਗਿਆ ਹੋਵੇ, ਪਰ ਉਸ ਕੇਸ ਵਿੱਚ ਜਿਹੜਾ ਰੀਅਲ ਸਬਜੈਕਟ ਉਸ ਸੈਂਟੈਂਸ ਵਿੱਚ ਹੁੰਦਾ ਹੈ ਵਰਬ ਉਸ ਨੂੰ ਫੋਲੋ ਕਰਦਾ ਹੈ। ਸੋ ਆਓ ਐਗਜ਼ਾਮਪਲ ਦੇਖਦੇ ਹਾਂ। A ਵਿੱਚ ਕੀ ਹੈ ਕਿ there is no hope of his success, so there ਇੱਥੇ ਇੱਕ ਫਾਰਮਲ ਸਬਜੈਕਟ ਹੈ, ਪਰ ਇਸ ਦੇ ਮਗਰ ਇੱਕ ਸਬਜੈਕਟ ਹੈ, ਉਹ ਹੈ hope। ਠੀਕ ਹੈ, ਸੋ ਹੋਪ ਦੇ ਹਿਸਾਬ ਨਾਲ ਵਰਬ ਆਪਣਾ ਐਗਰੀਮੈਂਟ ਚੇਂਜ ਕਰੇਗਾ। ਹੋਪ ਸਿੰਗੂਲਰ ਹੈ, ਇਸ ਕਰਕੇ ਵਰਬ ਵੀ ਸਿੰਗੂਲਰ ਆ ਜਾਏਗਾ, there is no hope of his success। ਇਸੇ ਤਰ੍ਹਾਂ ਸੈਕਿੰਡ ਕੀ ਹੈ, there were many difficulties, ਉਹ there ਇੱਥੇ ਇੱਕ ਫਾਰਮਲ ਤੌਰ ਤੇ ਸਬਜੈਕਟ ਬਣਿਆ ਹੋਇਆ ਹੈ, ਪਰ ਐਕਚੁਅਲ ਸਬਜੈਕਟ ਕਿਹੜਾ ਹੈ, difficulties। ਠੀਕ ਹੈ, ਮੁਸੀਬਤਾਂ। ਸੋ difficulties ਪਲੂਰਲ ਦੇ ਹਿਸਾਬ ਨਾਲ ਵਰਬ ਕੀ ਚੇਂਜ ਹੋ ਜਾਏਗਾ, ਵਰ ਆ ਜਾਏਗਾ। ਨੈਕਸਟ, either, neither, each, everyone, one of the, take a singular verb for example। ਇਹ ਸਾਰੇ ਸਿੰਗੂਲਰ ਵਰਬ ਹਨ, either, neither, each, everyone, one of the। ਠੀਕ ਹੈ, ਜਦੋਂ ਇਕੱਲੇ ਲੱਗੇ ਹੋਣ ਇਹਨਾਂ ਨੂੰ ਅਸੀਂ ਪਲੂਰਲ ਨਹੀਂ ਕਾਊਂਟ ਕਰਨਾ। ਐਗਜ਼ਾਮਪਲਸ ਦੇਖਦੇ ਆਪਾਂ ਨੂੰ ਝੱਟ ਸਮਝ ਆ ਜਾਏਗੀ। neither of the two books was interesting, ਕਿ ਇਹਨਾਂ ਦੋਨਾਂ ਕਿਤਾਬਾਂ ਵਿੱਚੋਂ ਇੱਕ ਵੀ ਨਹੀਂ। ਠੀਕ ਹੈ, ਸੋ ਗੱਲ ਹੋ ਰਹੀ ਹੈ ਇੱਕ ਵੀ ਨਹੀਂ, ਦੋਨਾਂ ਦੀ ਨਹੀਂ ਗੱਲ ਹੋ ਰਹੀ, ਇਹਨਾਂ ਦੋਨਾਂ ਕਿਤਾਬਾਂ ਵਿੱਚੋਂ ਇੱਕ ਵੀ ਨਹੀਂ। ਠੀਕ ਹੈ, ਸੋ ਇੱਕ ਦੀ ਗੱਲ ਹੋ ਰਹੀ ਹੈ, ਇਸ ਕਰਕੇ ਸਿੰਗੂਲਰ ਹੋ ਗਿਆ। neither of the two books was interesting। ਠੀਕ ਹੈ, ਤੇ ਜੇ ਸਿੰਪਲ ਕਹਿਣਾ ਹੋਵੇ these two books were not interesting। ਠੀਕ ਹੈ, ਫਿਰ ਉੱਥੇ ਵਰ ਆ ਜਾਏਗਾ। ਸੈਕਿੰਡ, every one of these workers, ਕਿ ਸਾਰੇ ਕਾਮਿਆਂ ਦੇ ਵਿੱਚੋਂ ਹਰ ਕੋਈ is an expert, ਕਿ ਹਰ ਕੋਈ ਮਾਹਿਰ ਹੈ ਆਪਣੇ ਕੰਮ ਦਾ। C, one of the students, ਕਿ ਇਹਨਾਂ ਸਾਰੇ ਸਟੂਡੈਂਟਸ ਦੇ ਵਿੱਚੋਂ ਇੱਕ is differently abled, ਅਲੱਗ ਤਰੀਕੇ ਨਾਲ ਯੋਗ ਹੈ। each of these two girls is intelligent, ਹੁਣ ਗੱਲ ਦੋਨੋਂ ਕੁੜੀਆਂ ਦੀ ਹੈ, ਪਰ ਹਰ ਇੱਕ ਕੁੜੀ ਦੀ ਗੱਲ ਕੀਤੀ ਗਈ ਹੈ, ਸੋ ਇੱਥੇ ਇੱਕ ਦੇ ਹਿਸਾਬ ਨਾਲ ਆਊਗਾ ਕਿ each of these two girls is intelligent। ਠੀਕ ਹੈ, ਜੇ ਆਂਦਾ these two girls ਫਿਰ are intelligent ਆ ਜਾਣਾ ਸੀ। either of these two boys, ਇਹਨਾਂ ਦੋਨਾਂ ਲੜਕਿਆਂ ਵਿੱਚੋਂ ਕੋਈ ਇੱਕ is fit for this work, ਉਹ ਇਸ ਕੰਮ ਲਈ ਫਿਟ ਹੈ। ਨੈਕਸਟ 10th, nouns which are plural in form but singular in meaning should be followed by singular verbs। ਕਿ ਕੁਝ nouns ਇਹੋ ਜਿਹੇ ਹੁੰਦੇ ਹਨ ਜਿਹੜੇ ਲੱਗਦੇ ਹਨ ਕਿ ਇਹ plural ਹਨ, ਪਰ ਉਹ meaning ਵਿੱਚ singular ਹੁੰਦੇ ਹਨ, ਸੋ ਉਹਨਾਂ ਦੇ ਨਾਲ verb singular ਹੀ ਲੱਗੇਗਾ। ਜਿਸ ਤਰ੍ਹਾਂ mathematics, ਹੁਣ S ਲੱਗ ਗਿਆ ਪਰ ਹੈਗਾ singular ਹੈ। mathematics is my favorite subject। politics is a dirty game। the wages यानी तनख्वाह of sin is death, कि पाप दी कमाई मौत दे समान है। the news is too good to be true, कि खबर इन्नी अच्छी है कि यकीन नहीं हुंदा कि यह सच्ची है। Gulliver's Travels is an interesting book, कि ਗੁਲੀਵਰ ਟਰੈਵਲਸ ਇੱਕ ਰੋਚਕ ਕਿਤਾਬ ਹੈ। ਇਸੇ ਤਰ੍ਹਾਂ ਕਲੈਕਟਿਵ ਨਾਉਨ ਜਿਹਨੂੰ ਸਮੂਹਵਾਚਕ ਨਾਮ ਕਿਹਾ ਜਾਂਦਾ ਹੈ। ਕ੍ਰਿਊ ਜਹਾਜ਼ ਚਲਾਉਣ ਵਾਲੇ ਸਟਾਫ ਨੂੰ ਕਿਹਾ ਜਾਂਦਾ ਹੈ। ਜਿਊਰੀ ਫੈਸਲਾ ਕਰਨ ਵਾਲੇ ਜੱਜਾਂ ਦੇ ਇੱਕ ਗਰੁੱਪ ਨੂੰ ਕਿਹਾ ਜਾਂਦਾ ਹੈ।
ਕਮੇਟੀ ਇਹ ਵੀ ਸਲਾਹ ਕਰਨ ਵਾਲੇ ਬੰਦਿਆਂ ਦੇ ਗਰੁੱਪ ਨੂੰ ਕਿਹਾ ਜਾਂਦਾ ਹੈ। ਇਜ਼ ਫੋਲੋਡ ਬਾਈ ਅ ਸਿੰਗੂਲਰ ਵਰਬ। ਸੋ ਕਿਉਂਕਿ ਇਹ ਇੱਕ ਇਕੱਠ ਨੂੰ ਇੱਕ ਨਾਮ ਦਿੱਤਾ ਗਿਆ, ਸੋ ਇਹ ਸਿੰਗੂਲਰ ਹਨ ਤੇ ਇਹਦੇ ਨਾਲ ਵਰਬ ਵੀ ਸਿੰਗੂਲਰ ਵਾਂਗ ਹੀ ਲੱਗਦਾ ਹੈ। ਵੈਨ ਦਾ ਗਰੁੱਪ ਇਜ਼ ਥਾਟ ਆਫ ਐਜ਼ ਅ ਸਿੰਗਲ ਯੂਨਿਟ, ਜਦੋਂ ਕਿ ਇੱਕ ਗਰੁੱਪ ਨੂੰ ਅਸੀਂ ਇੱਕ ਸਿੰਗਲ ਯੂਨਿਟ ਵਾਂਗੂ ਮੰਨ ਲੈਂਦੇ ਹਾਂ। ਬਟ ਵੈਨ ਇੰਡੀਵਿਜੂਅਲ ਮੈਂਬਰਸ ਆਫ ਦਾ ਗਰੁੱਪ ਆਰ ਰੈਫਰਡ ਟੂ ਦ ਪਲੂਰਲ ਵਰਬ ਇਜ਼ ਯੂਜ਼ਡ। ਪਰ ਉਹਦੇ ਨਾਲ ਹੀ ਜਦੋਂ ਅਸੀਂ ਉਸ ਕਮੇਟੀ ਦੇ, ਉਸ ਜੂਰੀ, ਉਸ ਕ੍ਰਿਊ ਦੇ ਮੈਂਬਰਸ ਬਾਰੇ ਗੱਲ ਕਰਾਂਗੇ, ਉਹਨਾਂ ਨੂੰ ਰੈਫਰ ਕਰਾਂਗੇ, ਭਾਵ ਉਹਨਾਂ ਬਾਰੇ ਗੱਲ ਕਰਾਂਗੇ, ਤਾਂ ਪਲੂਰਲ ਵਰਬ ਯੂਜ਼ ਹੋਏਗਾ। ਫੋਰ ਐਗਜ਼ਾਮਪਲ, ਅ ਕਮੇਟੀ ਵਾਜ਼ ਅਪਾਇੰਟਡ ਟੂ ਸੁਜੈਸਟ ਸਮ ਰਿਫਾਰਮਸ, ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਕੁਝ ਸੁਧਾਰ ਅੱਗੇ ਰੱਖ ਸਕੇ। ਦਾ ਕਮੇਟੀ ਵਾਰ ਡਿਵਾਈਡਡ ਔਨ ਦ ਇਸ਼ੂ। ਹੁਣ ਇੱਥੇ ਕਮੇਟੀ ਦੇ ਨਾਲ ਵਰ ਲੱਗਿਆ, ਸੋ ਇਹਦਾ ਮਤਲਬ ਹੈ ਕਿ ਕਮੇਟੀ ਦੇ ਬੰਦਿਆਂ ਦੀ ਗੱਲ ਕੀਤੀ ਗਈ ਹੈ ਕਿ ਉਸ ਦੇ ਬੰਦੇ ਡਿਵਾਈਡ ਹੋ ਗਏ ਇੱਕ ਖਾਸ ਮੁੱਦੇ ਤੇ। ਸੀ ਦ ਜੂਰੀ ਵਾਜ਼ ਯੂਨੈਨਿਮਸ ਇਨ ਇਟਸ ਵਰਡਿਕਟ, ਕਿ ਜੂਰੀ ਆਪਣੇ ਫੈਸਲੇ ਤੇ ਸਰਵਸੰਮਤੀ ਨਾਲ ਸਹਿਮਤ ਸੀ। ਤੇ ਇਸੇ ਤਰ੍ਹਾਂ ਦ ਜੂਰੀ ਵਰ ਡਿਵਾਈਡਡ, ਸੋ ਇੱਥੇ ਜੂਰੀ ਦੇ ਮੈਂਬਰਸ ਉਹ ਡਿਵਾਈਡ ਹੋ ਗਏ ਇਨ देयर ਓਪੀਨੀਅਨਸ, ਆਪਣੇ ਆਪਣੇ ਪੱਖਾਂ ਨੂੰ ਲੈ ਕੇ। 12th, when the subject of a verb is a relative pronoun, the verb agrees in number and person with the antecedent of the relative pronoun. For example, antecedent ਹੁੰਦਾ ਕਿ ਜੋ ਗੱਲ ਪਹਿਲਾਂ ਕਹੀ ਗਈ, ਠੀਕ, ਕਿ ਮੰਨ ਲਓ ਇੱਕ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਹੋਵੇ ਤੇ ਉਸ ਸਬਜੈਕਟ ਦੇ ਨਾਲ ਪ੍ਰੋਨਾਉਨ ਜੋੜ ਕੇ ਉਸ ਸਬਜੈਕਟ ਬਾਰੇ ਅੱਗੇ ਗੱਲ ਕੀਤੀ ਗਈ ਹੋਵੇ, ਤਾਂ ਜੋ ਵਰਬ ਹੈ ਉਹ ਜੋ ਪ੍ਰੋਨਾਉਨ ਤੋਂ ਪਹਿਲੇ ਸਬਜੈਕਟ ਆਏਗਾ ਉਹਦੇ ਨਾਲ ਉਹ ਐਗਰੀਮੈਂਟ ਕਰੇਗਾ। ਦ ਬॉय ਹੂ ਆਲਵੇਜ਼ ਸਟੈਂਡਸ ਫਸਟ, ਕਿ ਉਹ ਲੜਕਾ ਜੋ ਹਮੇਸ਼ਾ ਫਸਟ ਆਂਦਾ ਹੈ। is my son, ਉਹ ਮੇਰਾ ਬੇਟਾ ਹੈ। ਸੈਕਿੰਡ, the time which is lost, ਉਹ ਸਮਾਂ ਜਿਹੜਾ ਕਿ ਉਹਨੂੰ ਖੁੰਝ ਗਿਆ ਹੈ। is lost forever, ਉਹ ਸਦਾ ਲਈ ਹੀ ਖੁੰਝ ਗਿਆ ਹੈ। I who am your friend, ਸੋ ਇੱਥੇ I ਕੀ ਹੈ ਸਬਜੈਕਟ, who ਕੀ ਹੈ pronoun, ਸੋ who pronoun, ਸੋ pronoun ਦਾ antecedent ਕੀ ਲੱਗਿਆ ਹੋਇਆ I, ਯਾਨੀ pronoun ਤੋਂ ਪਹਿਲਾਂ ਕੀ ਲੱਗਿਆ ਹੋਇਆ I, ਤੇ ਅੱਗੇ ਜੋ verb ਆਏਗਾ ਉਹ I ਦੇ ਹਿਸਾਬ ਨਾਲ ਆਏਗਾ, ਯਾਨੀ ਫਸਟ ਸਬਜੈਕਟ ਦੇ ਹਿਸਾਬ ਨਾਲ ਆਏਗਾ। I who am your friend, ਕਿ ਮੈਂ ਜਿਹੜਾ ਕਿ ਤੁਹਾਡਾ ਦੋਸਤ ਹਾਂ, will certainly help you, ਤੁਹਾਡੀ ਮਦਦ ਜ਼ਰੂਰ ਕਰਾਂਗਾ। This is one of the most interesting books, ਇਹ ਬਹੁਤ ਜ਼ਿਆਦਾ ਰੋਚਕ ਕਿਤਾਬਾਂ ਵਿੱਚੋਂ ਇੱਕ ਹੈ that have ever appeared, ਜਿਹੜੀਆਂ ਕਿ ਹੁਣ ਤੱਕ ਦੁਨੀਆ ਦੇ ਵਿੱਚ ਆਈਆਂ ਹਨ। ਸੋ ਇੱਥੇ that ਇੱਕ pronoun ਹੈ, ਪਰ ਉਸ ਤੋਂ ਪਹਿਲਾਂ ਸਬਜੈਕਟ ਕੀ ਹੈ ਬੁੱਕਸ, ਸੋ ਬੁੱਕਸ ਦੇ ਹਿਸਾਬ ਨਾਲ ਵਰਬ ਫਾਈਨਲ ਹੋਏਗਾ। ਸੋ ਬੁੱਕਸ ਕਿਉਂਕਿ ਪਲੂਰਲ ਹੈ, ਸੋ ਇਹਦੇ ਨਾਲ ਕੀ ਲੱਗੇਗਾ ਹੈਵ। ਸੋ ਉਹ ਮੋਸਟ ਇੰਟਰਸਟਿੰਗ ਬੁੱਕਸ ਜਿਹੜੀਆਂ ਕਿ ਹੁਣ ਤੱਕ ਇਸ ਧਰਤੀ ਤੇ ਆਈਆਂ ਹਨ, ਇਹ ਕਿਤਾਬ ਉਹਨਾਂ ਮੋਸਟ ਇੰਟਰਸਟਿੰਗ ਬੁੱਕਸ ਦੇ ਵਿੱਚੋਂ ਇੱਕ ਕਿਤਾਬ ਹੈ। Next, when the subject is a sum of money considered as a whole, a singular verb is used. ਭਾਵ ਜਦੋਂ sum of money ਦੀ ਗੱਲ ਕੀਤੀ ਹੋਵੇ, means 1 ਰੁਪਏ ਨੂੰ ਵੀ ਸਿੰਗੂਲਰ ਲੈਣਾ ਤੇ 100 ਰੁਪਏ ਨੂੰ ਵੀ ਸਿੰਗੂਲਰ ਹੀ ਮੰਨਣਾ ਹੈ। If the subject is a sum of money and it refers to the notes or coins considered separately, a plural verb is used. ਤੇ ਜੇ ਸਬਜੈਕਟਸ ਉਸ ਮਨੀ ਦੇ ਨੋਟਸ ਨੂੰ ਸੈਪਰੇਟਲੀ ਕੰਸੀਡਰ ਕਰੇ ਤਾਂ ਉਹਦੇ ਨਾਲ ਅਸੀਂ plural verb ਯੂਜ਼ ਕਰਾਂਗੇ। ਐਗਜ਼ਾਮਪਲਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਕਲੀਅਰ ਹੋ ਜਾਏਗਾ। ਫਸਟ, 100 rupees is not a small amount, ਹੁਣ ਇੱਥੇ ਇੱਕ ਪੂਰੀ ਅਮਾਉਂਟ ਦੀ ਗੱਲ ਕੀਤੀ ਗਈ ਹੈ ਜਿਹਨੂੰ ਅਸੀਂ ਨਾਮ ਦਿੱਤਾ 100 rupees, ਕਿ 100 rupees ਇੱਕ ਛੋਟੀ ਰਾਸ਼ੀ ਨਹੀਂ ਹੁੰਦੀ। ਸੈਕਿੰਡ, 100 rupees were found in his purse, ਹੁਣ ਇੱਥੇ ਜੇ 100 rupees ਨਾਲ ਵਰ ਲੱਗਿਆ, ਇਹਦਾ ਮਤਲਬ ਕਿ ਇਕੱਲੇ 100 ਰੁਪਏ ਦੇ ਨੋਟ ਬਾਰੇ ਨਹੀਂ ਗੱਲ ਕੀਤੀ ਜਾ ਰਹੀ, ਹੋ ਸਕਦਾ ਵਿੱਚ 1-1 ਰੁਪਏ ਦੇ ਵੀ ਹੋਣ, 10 ਦੇ ਵੀ ਹੋਣ, 20 ਦੇ ਵੀ ਹੋਣ, 50 ਦੇ ਵੀ ਹੋਣ, ਠੀਕ ਹੈ। ਸੋ ਸਾਰਿਆਂ ਨੂੰ ਮਿਲਾ ਕੇ ਕਿੰਨੇ ਰੁਪਏ ਮਿਲ ਗਏ 100 rupees, ਠੀਕ ਹੈ। ਸੋ ਜੇ ਆਪਾਂ ਵਰ ਲਗਾਵਾਂਗੇ ਇਹਦਾ ਮਤਲਬ ਹੈ ਕਿ ਅਸੀਂ ਨੋਟਾਂ ਨੂੰ ਗਿਣ ਕੇ ਇੱਕ ਅਮਾਉਂਟ ਦੱਸ ਰਹੇ ਹਾਂ। 5000 rupees is a good price for this camera, ਕਿ ਇਸ ਕੈਮਰੇ ਲਈ 5000 rupees ਇੱਕ ਅੱਛੀ ਕੀਮਤ ਹੈ, ਠੀਕ। ਸੋ 5000 rupees ਨੂੰ ਅਸੀਂ ਇੱਕ ਕੀਮਤ ਦਾ ਨਾਮ ਦੇਤਾ, ਸਿੰਗੂਲਰ ਹੋ ਗਿਆ। There are 50 rupees in his pocket, ਉਸ ਦੀ ਪੋਕਟ ਵਿੱਚ 50 ਰੁਪਏ ਹਨ। ਸੋ ਵਰ ਲੱਗ ਗਿਆ, ਇਹਦਾ ਮਤਲਬ ਕੱਲੇ 50 rupees ਇੱਕ ਨੋਟ ਦੀ ਗੱਲ ਨਹੀਂ ਕੀਤੀ ਗਈ, ਕਈ ਨੋਟਾਂ ਨੂੰ ਮਿਲਾ ਕੇ 50 rupees ਹੋ ਗਏ। There are 10 silver rupees in my box, ਸੋ ਇੱਥੇ ਵੀ ਕੀ ਕੀਤਾ ਗਿਆ, ਜਿਹੜੇ ਸਿਲਵਰ ਰੁਪੀਜ਼ ਹਨ ਉਹਨਾਂ ਦੀ ਗਿਣਤੀ ਕਰ ਲਈ ਗਈ ਕਿ ਉਹ ਕਿੰਨੇ ਹਨ ਗਿਣਤੀ ਵਿੱਚ
10. Activity 7. The tallest of these boys dash next door to me. So ਇਹਦੇ ਵਿੱਚ ਅਸੀਂ ਕਰਨਾ ਕੀ ਹੈ ਕਿ ਸਾਹਮਣੇ ਦੋ verb ਦਿੱਤੇ ਹੋਏ ਹਨ, ਜੋ suitable verb ਹੈ ਉਹ ਅਸੀਂ blank ਵਿੱਚ fill ਕਰਨਾ ਹੈ। ਸੋ ਮੈਂ ਨਾਲ ਨਾਲ ਹੀ fill ਕਰੀ ਜਾਣਾ। The tallest of these boys lives next door to me. ਲਿਵਸ ਕਿਉਂ ਲੱਗਿਆ? ਕਿਉਂਕਿ ਸਿੰਗੂਲਰ ਦੀ ਗੱਲ ਕੀਤੀ ਗਈ ਕਿ ਇਹਨਾਂ ਲੜਕਿਆਂ ਵਿੱਚੋਂ ਸਭ ਤੋਂ ਲੰਬਾ ਲੜਕਾ ਮੇਰਾ ਗੁਆਂਢੀ ਹੈ। ਸੈਕਿੰਡ, all the players in my team, ਹੁਣ ਸਾਰੇ ਪਲੇਅਰਸ ਦੀ ਗੱਲ ਕੀਤੀ ਹੈ ਤਾਂ ਮਤਲਬ ਪਲੂਰਲ ਹੈ। all the players in my team have done well. third, the toys were bought by Anil, ਹੁਣ toys ਕੀ ਨੇ? plural, are really useful. fourth, he dash regularly, he third person है, singular है, walks, he walks regularly. fifth, slow and steady wins the race. sixth, time and tide wait for none, ਹੁਣ time अलग है, tide अलग है, सो ये plural हो गया, ਇੱਥੇ होगा wait for none. oil and water do not mix. tobacco and alcohol, so ये दो अलग अलग ਹਨ, are injurious to health. ninth, either Ashok or Rakesh has done this mischief. Either you or he is mistaken. Neither the judge nor the witnesses believe him. Neither the captain nor the soldiers have been arrested. Either he or I am wrong. He as well as you is innocent. Each day and each hour has its own importance. Either of these two proposals is acceptable to me. The jury were divided in their opinion. The assembly is in session. I am the one who has always stood for justice. This is one of the most difficult lessons that has been taught. ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਹੈ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।